Hello students, welcome to Chemistry Real। ਅੱਜ ਬੇਟੇ ਆਪਾਂ ਕਲਾਸ +2 ਦਾ ਚੈਪਟਰ ਇਲੈਕਟ੍ਰੋਕੈਮਿਸਟਰੀ ਦੇ ਵਿੱਚੋਂ ਨਿਊਮੈਰੀਕਲਸ ਕਿਵੇਂ ਹੱਲ ਕਰਨੇ ਆ ਇਸ ਟੌਪਿਕ ਨੂੰ ਡੀਲ ਕਰਨਾ ਹੈ। ਸੋ ਤੁਹਾਡੀ ਟਰਮ 1 ਦੇ ਵਿੱਚ ਇਲੈਕਟ੍ਰੋਕੈਮਿਸਟਰੀ ਦੇ ਵਿੱਚੋਂ ਤੁਹਾਨੂੰ ਨਿਊਮੈਰੀਕਲਸ ਪੁੱਛੇ ਜਾਣੇ ਆ MCQs ਫਾਰਮ ਦੇ ਵਿੱਚ, ਜਿਨ੍ਹਾਂ ਨੂੰ ਹੱਲ ਕਿਵੇਂ ਕਰਨਾ ਹੈ ਤੇ ਕਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਨਿਊਮੈਰੀਕਲਸ ਹੈ ਜੋ ਸਾਰੇ ਰਿਵੀਜ਼ਨ ਟੈਸਟ ਪੇਪਰਸ 'ਚ ਪੁੱਛੇ ਗਏ ਹੈ। So, without wasting much time, let's cover all the numericals from chapter electrochemistry. ਤੇ ਬੇਟਾ ਮੈਂ ਸਾਰੇ ਤਰ੍ਹਾਂ ਦੇ ਟਾਈਪਸ ਦੇ ਇੱਕ ਐਗਜ਼ਾਮਪਲ ਡਿਸਕਸ ਕੀਤੀ ਹੈ ਤੇ ਉਮੀਦ ਕਰੂੰਗੀ ਕਿ ਤੁਸੀਂ ਇਹਨਾਂ ਸਾਰੀਆਂ ਐਗਜ਼ਾਮਪਲਸ ਤੇ ਆਧਾਰਿਤ ਸਵਾਲਾਂ ਦੀ ਪ੍ਰੈਕਟਿਸ ਕਰੋਗੇ, ਬਿਕਾਜ਼ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਬੇਟਾ ਉਨਾ ਹੀ ਫਰੂਟਫੁਲ ਰਿਜ਼ਲਟ ਰਹੇਗਾ। So, without wasting much time, let's begin with the video. ਇਲੈਕਟ੍ਰੋਕੈਮਿਸਟਰੀ ਦੇ ਨਿਊਮੈਰੀਕਲਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਨੇ ਹੈ ਓਮਸ ਲਾਅ ਤੇ ਆਧਾਰਿਤ ਨਿਊਮੈਰੀਕਲਸ, ਜਿੰਦੇ ਵਿੱਚ ਆਪਾਂ ਫਾਰਮੂਲੇ ਫਟਾਫਟ ਰਿਵਾਈਜ਼ ਕਰ ਲੈਣੇ ਆ। ਓਮਸ ਲਾਅ ਹੁੰਦਾ ਹੈ V is equal to IR। V means potential difference। I ਦਾ ਮਤਲਬ ਹੁੰਦਾ ਹੈ ਕਰੰਟ ਔਰ R ਦਾ ਮਤਲਬ ਹੈ ਰੈਜ਼ਿਸਟੈਂਸ। ਰੈਜ਼ਿਸਟੈਂਸ ਜਿਹੜੀ ਹੈ ਉਹ ਓਮਸ ਦੇ ਵਿੱਚ ਮੈਜ਼ਰ ਕੀਤੀ ਜਾਂਦੀ ਹੈ। ਇੱਥੇ ਰੈਜ਼ਿਸਟੈਂਸ ਦੀ ਜੇ ਆਪਾਂ ਫਾਰਮੂਲਾ ਯਾਦ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਰੈਜ਼ਿਸਟੈਂਸ ਇਜ਼ ਪ੍ਰੋਪੋਰਸ਼ਨਲ ਟੂ L upon A, ਲੈਂਥ upon ਏਰੀਆ। ਪ੍ਰੋਪੋਰਸ਼ਨੈਲਿਟੀ ਨੂੰ ਇਕੁਐਲਿਟੀ ਚ ਚੇਂਜ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਨਵੀਂ ਟਰਮ ਆਉਂਦੀ ਹੈ, ਦਿਸ ਇਜ਼ ਰੈਜ਼ਿਸਟਿਵਿਟੀ, ਜਾਂ ਇਹਨੂੰ ਸਪੈਸਿਫਿਕ ਰੈਜ਼ਿਸਟੈਂਸ ਵੀ ਕਹਿ ਦਿੰਦੇ ਆ। ਸੋ ਰੈਜ਼ਿਸਟਿਵਿਟੀ ਤੇ ਆਧਾਰਿਤ ਆਪਾਂ ਨੂੰ ਸਵਾਲ ਪੁੱਛਿਆ ਜਾ ਸਕਦਾ ਹੈ। ਰੈਜ਼ਿਸਟਿਵਿਟੀ ਦਾ ਫਾਰਮੂਲਾ ਕੀ ਬਣੇਗਾ? RA upon L। ਰੈਜ਼ਿਸਟਿਵਿਟੀ ਦੇ ਯੂਨਿਟ ਕੀ ਹੋਣਗੇ? ਓਮ ਸੈਂਟੀਮੀਟਰ। ਇੱਥੇ ਯੂਨਿਟਸ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਓਕੇ, ਨੈਕਸਟ ਟਰਮ ਜਿਹੜੀ ਆਂਦੀ ਹੈ ਆਪਣੇ ਕੋਲੇ, ਦੈਟ ਇਜ਼ ਕੰਡਕਟੈਂਸ। ਕੰਡਕਟੈਂਸ ਹੁੰਦੀ ਹੈ ਜਿਹਨੂੰ ਆਪਾਂ G ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਰੈਜ਼ਿਸਟੈਂਸ ਦਾ ਇਨਵਰਸ। ਸੋ ਰੈਜ਼ਿਸਟੈਂਸ ਦਾ ਇਨਵਰਸ ਹੋਣ ਕਰਕੇ ਇਹਦੇ ਯੂਨਿਟਸ ਓਮ ਇਨਵਰਸ ਹੋਣਗੇ। ਓਕੇ, ਨਾਓ ਕੰਡਕਟੈਂਸ ਦੇ ਬਾਅਦ ਇੱਕ ਟਰਮ ਹੋਰ ਆਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕੰਡਕਟਿਵਿਟੀ। ਕੰਡਕਟਿਵਿਟੀ ਕਹਿੰਦੇ ਆ ਜਾਂ ਇਹਨੂੰ ਅਸੀਂ ਕਹਿ ਦਿੰਦੇ ਆ ਸਪੈਸਿਫਿਕ ਕੰਡਕਟੈਂਸ। ਇਹਨੂੰ ਆਪਾਂ ਕੱਪਾ ਦੇ ਨਾਲ ਡਿਨੋਟ ਕਰਦੇ ਆ। ਸੋ ਕੱਪਾ ਇਜ਼ ਇਕੁਅਲ ਟੂ ਇਨਵਰਸ ਆਫ ਸਪੈਸਿਫਿਕ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ। ਰੋ ਦਾ ਇਨਵਰਸ ਹੁੰਦਾ ਹੈ। ਠੀਕ ਹੈ, ਸੋ ਜੇ ਆਪਾਂ ਵੈਲਿਊਜ਼ ਪੁੱਟ ਕਰਦੇ ਆ ਕੱਪਾ ਦੇ ਵਿੱਚ ਰੋ ਦੀਆਂ ਤਾਂ ਆਪਣੇ ਕੋਲੇ ਫਾਰਮੂਲਾ ਜਿਹੜਾ ਕੱਪਾ ਦਾ ਹੈ ਉਹ ਬਣ ਜਾਂਦਾ ਹੈ 1 upon R L upon A। ਸੋ 1 upon R ਕੀ ਚੀਜ਼ ਹੋਈ? ਇਹ ਬਹੁਤ ਹੀ ਇੰਪੋਰਟੈਂਟ ਰਿਲੇਸ਼ਨ ਹੈ ਇੱਥੇ। 1 upon R, 1 upon R ਹੁੰਦਾ ਹੈ as you can see ਕੰਡਕਟੈਂਸ। ਸੋ this is G। ਠੀਕ ਹੈ, ਸੋ ਸੋਚ ਕੇ ਦੇਖੋ, this is specific conductance, this is conductance, and what is this? This is cell constant। so relation ਆਪਣੇ ਕੋਲੇ ਕੀ ਆ ਜਾਂਦਾ ਹੈ ਜਿੰਦੇ ਤੇ ਆਪਾਂ ਨੂੰ ਟਰਮ 1 ਦੇ ਵਿੱਚ ਮੈਕਸਿਮਮ ਸਵਾਲ ਪੁੱਛੇ ਗਏ ਹੈ। ਸੋ ਆਪਣੇ ਕੋਲੇ ਫਾਰਮੂਲਾ ਬਣ ਜਾਂਦਾ ਹੈ specific conductance, ਜਿਹਨੂੰ ਆਪਾਂ ਕੰਡਕਟਿਵਿਟੀ ਵੀ ਕਹਿ ਦਿੰਦੇ ਹਾਂ। specific conductance is equal to conductance multiplied by cell constant। ਸੋ ਇਹ ਚੀਜ਼ ਤੁਸੀਂ ਇਸ ਤੇ ਆਧਾਰਿਤ ਬੇਟੇ ਆਪਾਂ ਨੂੰ ਸਾਰੇ ਰਿਵੀਜ਼ਨ ਟੈਸਟ ਪੇਪਰਸ 'ਚ ਸਵਾਲ ਪੁੱਛਿਆ ਗਿਆ ਹੈ। ਟਰਮ 1 ਦੇ ਲਈ ਬਹੁਤ ਹੀ ਇੰਪੋਰਟੈਂਟ ਰਿਲੇਸ਼ਨ ਹੈ ਜਿੰਦੇ ਤੇ ਆਪਾਂ ਨੂੰ ਕੁਐਸਚਨ ਐਕਸਪੈਕਟਡ ਹੈ। ਸੋ ਸਪੈਸਿਫਿਕ ਕੰਡਕਟੈਂਸ ਜਿਹਨੂੰ ਆਪਾਂ ਕੰਡਕਟਿਵਿਟੀ ਵੀ ਕਹਿੰਦੇ ਆ, ਇਹ ਵੀ ਯਾਦ ਰੱਖਣਾ ਹੈ ਤੁਸੀਂ। ਓਕੇ, ਸੋ ਜਿਹੜਾ ਆਪਾਂ ਨੈਕਸਟ definition या formula learn करना है, that is molar conductance and equivalent conductance। molar conductance ਦਾ formula ਜਿਹੜਾ ਹੈ specific conductance divided by molarity into 1000 और equivalent conductance ਦਾ formula ਹੈ kappa divided by normality into 1000। ਸੋ ਇਹ ਚੀਜ਼ ਆਪਣੇ ਟੋਟਲ ਫਾਰਮੂਲੇ ਹੋ ਗਏ। ਹੁਣ ਇਹਨਾਂ ਤੇ ਬੇਸਡ ਆਪਾਂ ਕੁਐਸਚਨਸ ਕਰਨੇ। Let us once more revise the formulae quickly। So ਸਭ ਤੋਂ ਪਹਿਲਾ ਫਾਰਮੂਲਾ ਆਪਣੇ ਕੋਲੇ ਕਿਹੜਾ ਆਇਆ? V is equal to IR। then ਆਪਾਂ ਫਾਰਮੂਲਾ ਕੀਤਾ R is equal to rho L upon A। ਫਿਰ ਇਸ ਦੇ ਬਾਅਦ ਆਪਣੇ ਕੋਲੇ ਫਾਰਮੂਲਾ ਆਇਆ rho ਦੇ ਲਈ ਆਪਾਂ R A upon L। ਇਸ ਦੇ ਬਾਅਦ ਆਪਣੇ ਕੋਲੇ
ਆਪਾਂ ਜਿਹੜਾ ਨੈਕਸਟ ਕੀਤਾ ਹੈ that is conductance inverse of resistance, then ਆਪਾਂ ਕੀਤਾ ਕੱਪਾ specific conductance inverse of specific resistance। ਹੁਣ ਇੱਥੇ ਯੂਨਿਟਸ ਬਾਰ-ਬਾਰ ਮੈਂ ਕਹਿ ਰਹੀ ਹਾਂ r ਦੇ ਯੂਨਿਟ ਹੋਏ ohms ਤਾਂ g ਦੇ ਯੂਨਿਟਸ ਕੀ ਬਣ ਗਏ ohm inverse and specific conductance ਦੇ ਯੂਨਿਟ ਕਿਹੜੇ ਬਣਨਗੇ ohm inverse centimeter inverse। ohm inverse ਨੂੰ ਆਪਾਂ ਸਾਈਮਨਸ ਵੀ ਕਹਿੰਦੇ। ਸੋ ਇੱਥੇ ਜਿਹੜੇ ਯੂਨਿਟਸ ਹੈ ਉਹ ਬਣ ਜਾਣਗੇ ਸਾਈਮਨਸ ਸੈਂਟੀਮੀਟਰ ਇਨਵਰਸ। ਸੋ ਇਹਨਾਂ ਤੇ ਆਧਾਰਿਤ ਹੁਣ ਆਪਾਂ ਕੁਐਸਚਨਸ ਦੀ ਪ੍ਰੈਕਟਿਸ ਕਰਦੇ ਹਾਂ। ਸੋ ਕੁਐਸਚਨ ਦੇ ਵਿੱਚ ਆਪਾਂ ਨੂੰ ਸੈਲ ਕਾਂਸਟੈਂਟ ਦੀ ਵੈਲਿਊ ਦਿੱਤੀ ਹੋਈ ਹੈ, ਆਰ ਰੈਜ਼ਿਸਟੈਂਸ ਦੀ ਵੈਲਿਊ ਦਿੱਤੀ ਹੋਈ ਹੈ, ਨਾਰਮੈਲਿਟੀ ਦਿੱਤੀ ਹੋਈ ਹੈ ਤੇ ਪੁੱਛਿਆ ਗਿਆ ਹੈ ਇਕੁਇਵਲੈਂਟ ਕੰਡਕਟੈਂਸ ਕੈਲਕੂਲੇਟ ਕਰਨੀ। ਸੋ ਇਕੁਇਵਲੈਂਟ ਕੰਡਕਟੈਂਸ ਦਾ ਆਪਾਂ ਸਭ ਤੋਂ ਪਹਿਲੇ ਫਾਰਮੂਲਾ ਲਿਖ ਲਿਆ। ਹੁਣ ਇਕੁਇਵਲੈਂਟ ਕੰਡਕਟੈਂਸ ਦੇ ਵਿੱਚ ਨਾਰਮੈਲਿਟੀ ਹੈ ਆਪਣੇ ਕੋਲੇ, ਪਰ ਆਪਣੇ ਕੋਲੇ ਕੱਪਾ ਨਹੀਂ ਹੈ। ਕੱਪਾ ਦਾ ਫਾਰਮੂਲਾ ਲਿਖਿਆ G L/A, G means ਕੰਡਕਟੈਂਸ। ਕੰਡਕਟੈਂਸ ਆਪਾਂ ਨੂੰ ਇੱਥੇ ਨਹੀਂ ਦਿੱਤੀ ਹੋਈ, ਕੰਡਕਟੈਂਸ ਦੀ ਵੈਲਿਊ ਪੁੱਟ ਕਰਾਂਗੇ 1/R। ਸੋ R ਆਪਾਂ ਨੂੰ ਦਿੱਤੀ ਹੋਈ ਹੈ 50। ਸੋ ਇੱਥੇ ਜੇ ਆਪਾਂ ਕੱਪਾ ਕੈਲਕੂਲੇਟ ਕਰਦੇ ਹਾਂ 1/50, L/A ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ 0.5। तो अपने को ले कप्पा कितना आ जाएगा 0.01। जे ਆਪਾਂ 0.01 ਨੂੰ ਇੱਥੇ ਪੁੱਟ ਕਰ ਦਿੰਨੇ ਆ 0.01 into 1000 upon normality ਆਪਾਂ ਨੂੰ 1 given है। सो अपने को ले आंसर कितना आ जाएगा 10। सो अपने को ले ਇੱਥੇ A ऑप्शन 10 ohm inverse centimeter square gram per equivalent, ये अपनी करेक्ट ऑप्शन हो जाएगी। नेक्स्ट क्वेश्चन देखो कि कंडक्टिविटी ਜਿਹੜੀ ਹੈ ਆਪਾਂ ਨੂੰ ਦਿੱਤੀ ਹੋਈ ਹੈ ਕੱਪਾ ਦੀ ਵੈਲਿਊ 1.25 into 10 raised to power -3। ਓਕੇ ਦੈਨ ਇਸ ਦੇ ਬਾਅਦ ਆਪਾਂ ਨੂੰ ਇਹਦੀ ਰੈਜ਼ਿਸਟੈਂਸ ਦਿੱਤੀ ਹੋਈ ਹੈ। ਰੈਜ਼ਿਸਟੈਂਸ ਕਿੰਨੀ ਦਿੱਤੀ ਹੈ 800 ohm। ਤਾਂ ਪੁੱਛਿਆ ਕੀ ਗਿਆ ਸੈਲ ਕਾਂਸਟੈਂਟ। ਸੋ ਸੈਲ ਕਾਂਸਟੈਂਟ ਦੇ ਲਈ ਤੁਹਾਨੂੰ ਫਾਰਮੂਲਾ ਜੇ ਤੁਹਾਨੂੰ ਯਾਦ ਹੋਵੇ ਤਾਂ ਹੁਣੇ ਕਰਵਾਇਆ ਹੈ ਕਿ ਕੰਡਕਟਿਵਿਟੀ ਇਜ਼ ਇਕੁਅਲ ਟੂ ਕੰਡਕਟੈਂਸ multiplied by cell constant L/A। so ਆਪਾਂ L/A calculate ਕਰਨਾ ਹੈ। so L/A calculate ਕਰਨ ਦੇ ਲਈ ਆਪਾਂ ਕੰਡਕਟਿਵਿਟੀ ਨੂੰ ਕੰਡਕਟੈਂਸ ਦੇ ਨਾਲ ਡਿਵਾਈਡ ਕਰ ਦਈਏ। ਹੁਣ ਕੰਡਕਟੈਂਸ ਕੀ ਹੁੰਦੀ ਹੈ 1/R ਹੁੰਦੀ ਹੈ ਕੰਡਕਟੈਂਸ। ਆਪਾਂ ਨੂੰ ਕੰਡਕਟਿਵਿਟੀ ਦੀ ਵੈਲਿਊ ਦਿੱਤੀ ਹੋਈ ਹੈ 1.25 into 10 raised to power -3। ਸੋ ਇੱਥੇ R ਦੀ ਵੈਲਿਊ ਜੇ ਆਪਾਂ ਪੁੱਟ ਕਰ ਦਈਏ ਤਾਂ ਆਪਣੇ ਕੋਲੇ ਸੈਲ ਕਾਂਸਟੈਂਟ ਆ ਜਾਏਗਾ। R ਦੀ ਵੈਲਿਊ 800। ਸੋ 800 ਆਪਾਂ ਇੱਥੇ ਪੁੱਟ ਕਰਦੇ ਹਾਂ ਤੇ 800 ਨੂੰ ਜਦੋਂ ਇੱਧਰ ਲੈ ਕੇ ਜਾਵਾਂਗੇ ਤਾਂ ਮਲਟੀਪਲਾਈ ਕਰਕੇ ਆਪਣੇ ਕੋਲੇ ਕਰੈਕਟ ਆਨਸਰ ਜਿਹੜਾ ਹੈ ਉਹ 1 ਸੈਂਟੀਮੀਟਰ ਇਨਵਰਸ ਇਹ ਆ ਜਾਏਗਾ। ਸੋ ਲਾਈਕ ਦਿਸ ਆਪਾਂ ਇਹ ਸਵਾਲ ਵੀ ਬਹੁਤ ਇੰਪੋਰਟੈਂਟ ਹੈ, ਟਰਮ 1 ਦੇ ਸਾਰੇ ਪੇਪਰਾਂ ਦੇ ਵਿੱਚ ਰਿਵੀਜ਼ਨ ਟੈਸਟ ਪੇਪਰਸ 'ਚ ਪੁੱਛਿਆ ਗਿਆ। ਸੋ ਇਸ ਤਰ੍ਹਾਂ ਇਸ ਫਾਰਮੂਲੇ ਤੇ ਆਧਾਰਿਤ ਸਵਾਲ ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ, ਇਸ ਲਈ ਇਹਨੂੰ ਅੱਛੀ ਤਰ੍ਹਾਂ ਗ੍ਰੈਸਪ ਕਰੋ। ਨੈਕਸਟ ਟਾਈਪ ਦੇ ਕੁਐਸਚਨਸ ਹੈ ਜਿਹਨੂੰ ਅਸੀਂ ਟਾਈਪ 2 ਕੁਐਸਚਨਸ ਕਹਿ ਦਿੰਦੇ ਹਾਂ, ਜਿਨ੍ਹਾਂ ਦੇ ਵਿੱਚ ਅਸੀਂ E0 ਸੈੱਲ ਕੈਲਕੂਲੇਟ ਕਰਨਾ ਹੁੰਦਾ ਹੈ। E0 ਸੈੱਲ ਕੈਲਕੂਲੇਟ ਕਰਨ ਦੇ ਲਈ ਫਾਰਮੂਲਾ ਹੈ E ਕੈਥੋਡ E ਐਨੋਡ। ਹੁਣ ਇੱਥੇ ਸਟੂਡੈਂਟਸ ਨੂੰ ਜਿਹੜੀ ਸਭ ਤੋਂ ਪਹਿਲੀ ਪਰੇਸ਼ਾਨੀ ਆਉਂਦੀ ਹੈ ਉਹ ਇਹ ਹੈ ਕਿ ਸਟੂਡੈਂਟਸ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕੈਥੋਡ ਕਿਹੜਾ ਹੈ ਤੇ ਐਨੋਡ ਕਿਹੜਾ ਹੈ। ਸੋ ਪਹਿਲਾਂ ਆਪਾਂ ਇਹ ਦੇਖ ਲਈਏ ਹਾਊ ਟੂ ਆਈਡੈਂਟੀਫਾਈ ਕੈਥੋਡ ਐਂਡ ਐਨੋਡ। ਸੋ ਕੈਥੋਡ ਤੇ ਐਨੋਡ ਨੂੰ ਆਈਡੈਂਟੀਫਾਈ ਕਰਨਾ, ਪਛਾਣਨਾ ਆਪਾਂ। ਇੱਕ ਚੀਜ਼ ਯਾਦ ਰੱਖੋ, ਜੇ ਤਾਂ ਆਪਾਂ ਨੂੰ ਕੋਈ ਸੈੱਲ ਦਿੱਤਾ ਹੋਇਆ ਜਿਵੇਂ A is converted into A positive salt bridge, C positive is converted into C। ਤਾਂ ਜੇ ਤਾਂ ਆਪਾਂ ਨੂੰ ਸੈੱਲ ਦਿੱਤਾ ਹੋਇਆ ਹੈ ਤਾਂ ਸੈੱਲ ਦੇ ਵਿੱਚ ਲੈਫਟ ਸਾਈਡ ਤੇ ਔਰ ਰਾਈਟ ਸਾਈਡ ਤੇ ਦੋ ਇਲੈਕਟ੍ਰੋਡਸ ਮੈਂਸ਼ਨਡ ਹੈ। ਸੋ ਇਹਨੂੰ ABC ਟ੍ਰਿਕ ਦੇ ਨਾਲ ਯਾਦ ਰੱਖੋ। ਲੈਫਟ ਸਾਈਡ ਤੇ ਜੋ ਹੈ that is anode, B stands for bridge, salt bridge ਆਪਾਂ ਕਹਿੰਦੇ ਹਾਂ, and C stands for cathode। ਜੇ ਸੈੱਲ ਦਿੱਤਾ ਹੋਇਆ ਹੈ ਤਾਂ ABC ਟੈਕਨੀਕ ਦੇ ਨਾਲ A for anode, B for bridge ਔਰ C for cathode ਤੁਹਾਨੂੰ ਪਤਾ ਲੱਗ ਜਾਏਗਾ ਕਿ ਐਨੋਡ ਕਿਹੜਾ ਹੈ ਤੇ ਕੈਥੋਡ ਕਿਹੜਾ ਹੈ। ਔਰ ਜੇ ਸੈੱਲ ਨਹੀਂ ਦਿੱਤਾ ਹੋਇਆ, ਸੈੱਲ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ, ਇਲੈਕਟ੍ਰੋਡਸ ਦੇ ਪੋਟੈਂਸ਼ੀਅਲ ਦਿੱਤੇ ਹੋਏ ਹੈ,
ਤਾਂ ਤੁਸੀਂ ਇਹ ਚੀਜ਼ ਸਮਝ ਕੇ ਆਪਣੇ ਦਿਮਾਗ 'ਚ ਫਿਕਸ ਕਰ ਲਓ ਕਿ more reduction potential means cathode. More reduction potential means cathode. ਹੁਣ ਆਪਣੇ ਕੋਲੇ ਕੋਈ ਇਲੈਕਟ੍ਰੋਡ ਹੈ A ਪੋਜ਼ਿਟਿਵ ਤੋਂ A, ਇਹਦਾ ਆਪਣਾ ਇਲੈਕਟ੍ਰੋਡ ਪੋਟੈਂਸ਼ੀਅਲ ਹੈ 3, ਦੂਸਰਾ ਇਲੈਕਟ੍ਰੋਡ ਹੈ B ਪੋਜ਼ਿਟਿਵ ਤੋਂ B ਬਣਿਆ, ਇਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਹੈ 4। ਇਹਨਾਂ ਦੋਨਾਂ ਨੂੰ ਜੇ ਆਪਾਂ ਕਨੈਕਟ ਕਰਕੇ ਸੈੱਲ ਬਣਾ ਦਈਏ ਤਾਂ ਜਿੰਦਾ ਇਲੈਕਟ੍ਰੋਡ ਪੋਟੈਂਸ਼ੀਅਲ ਰਿਡਕਸ਼ਨ ਪੋਟੈਂਸ਼ੀਅਲ ਜਿੰਦਾ ਜ਼ਿਆਦਾ ਹੈ ਉਹ ਕੈਥੋਡ ਹੋਏਗਾ। ਸੋ B will act as cathode, ਠੀਕ ਹੈ, A will act as anode। ਬਟ ਜੇ ਇਹਨਾਂ ਦੇ ਸਾਈਨ ਉਲਟ ਹੋ ਜਾਂਦੇ ਆ, ਹੁਣ ਇਹਨਾਂ ਦੋਨਾਂ ਚੋਂ ਦੇਖ ਕੇ ਦੱਸੋ ਕਿਹੜਾ ਕੈਥੋਡ ਹੋਏਗਾ ਕਿਹੜਾ ਐਨੋਡ। ਮੈਂ ਤੁਹਾਨੂੰ ਇਹ ਕਿਹਾ ਕਿ ਜਿੰਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੈ ਉਹ ਕੈਥੋਡ ਹੋਏਗਾ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜਦੋਂ ਕੋਈ ਟਰਮ ਨੈਗੇਟਿਵ ਚ ਹੋ ਜਾਂਦੀ ਹੈ ਤਾਂ ਜਿੰਨੀ ਛੋਟੀ ਟਰਮ ਹੋਏਗੀ ਉਹਦੀ ਵੈਲਿਊ ਐਕਚੁਅਲੀ ਉਨੀ ਜ਼ਿਆਦਾ ਹੋਏਗੀ। ਨਾਓ A will be acting as cathode। ਸੋ अपना फॉर्मूला E कैथोड माइनस E एनोड रहेगा। प्रॉब्लम कित्थे आंदी है, सानू यही नहीं पता लगता कि दिते गए इलैक्ट्रोड्स दे विचों कैथोड केड़ा ते एनोड केड़ा। सो मैं तुहानू दो तरीकिਆਂ नाल दसदा। जे तां सॉल्ट ब्रिज वाली रिप्रेजेंटेशन तुहानू दित्ती हुई है तां सॉल्ट ब्रिज दे खब्बे पासे एनोड और सज्जे पासे होएगा कैथोड। जे सॉल्ट ब्रिज वाली रिप्रेजेंटेशन सेल रिप्रेजेंटेशन नहीं दित्ती हुई ਤਾਂ ਜਿਹੜੇ ਇਲੈਕਟ੍ਰੋਡ ਪੋਟੈਂਸ਼ੀਅਲ ਦਿੱਤੇ ਹੈ ਉਹਦੇ ਚੋਂ ਮੋਰ ਇਲੈਕਟ੍ਰੋਡ ਪੋਟੈਂਸ਼ੀਅਲ ਵਿਲ ਬੀ ਐਕਟਿੰਗ ਐਜ਼ ਕੈਥੋਡ। ਹੁਣ ਇੱਥੇ ਸਵਾਲ ਦੇ ਵਿੱਚ ਤੁਹਾਨੂੰ ਦੋ ਇਲੈਕਟ੍ਰੋਡਸ ਦਿੱਤੇ ਹੋਏ ਹੈ, ਕਾਪਰ ਇਲੈਕਟ੍ਰੋਡ ਔਰ ਆਇਰਨ ਇਲੈਕਟ੍ਰੋਡ, ਔਰ ਇਹਨਾਂ ਦੋਨਾਂ ਦੇ ਰਿਡਕਸ਼ਨ ਪੋਟੈਂਸ਼ੀਅਲ ਦਿੱਤੇ ਹੋਏ ਹੈ ਤੇ ਤੁਹਾਨੂੰ ਪੁੱਛਿਆ ਗਿਆ ਹੈ ਕਿ ਸੈੱਲ ਦੇ ਲਈ EMF ਕੈਲਕੂਲੇਟ ਕਰੋ। ਸੋ ਆਪਣੇ ਕੋਲੇ ਫਾਰਮੂਲਾ E naught cell is equal to E cathode minus E anode ਹੁੰਦਾ ਹੈ। ਹੁਣ ਸਵਾਲ ਫਿਰ ਉੱਥੇ ਆ ਗਿਆ ਕਿ ਇਹਨਾਂ ਦੋਨਾਂ ਦੇ ਵਿੱਚੋਂ ਕੈਥੋਡ ਕਿਹੜਾ ਤੇ ਐਨੋਡ ਕਿਹੜਾ ਹੈ। ਜਿੰਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੈ, ਪੋਜ਼ਿਟਿਵ ਵੈਲਿਊ ਜ਼ਿਆਦਾ ਹੋਏਗੀ ਨਾ ਨੈਗੇਟਿਵ ਦੇ ਨਾਲੋਂ, ਇਸ ਕਰਕੇ ਇਟ ਵਿਲ ਬੀ ਐਕਟਿੰਗ ਐਜ਼ ਕੈਥੋਡ। ਸੋ ਆਪਾਂ ਕੈਥੋਡ ਦੀ ਵੈਲਿਊ ਤੇ ਐਨੋਡ ਦੀ ਵੈਲਿਊ ਜਿਹੜੀ ਹੈ ਉਹ ਪੁੱਟ ਕਰਤੀ ਤੇ ਆਪਣੇ ਕੋਲੇ ਕੀ ਆਨਸਰ ਆ ਜਾਏਗਾ 0.34 plus 0.44 and answer will be 0.78। अपने कोले E naught cell आ। So like this ਤੁਹਾਨੂੰ ਸਵਾਲ ਪੁੱਛੇ ਜਾਣਗੇ। ਮੇਨ ਉੱਥੇ ਦਿੱਕਤ ਇਹੀ ਹੈ ਕਿ ਕੈਥੋਡ ਔਰ ਐਨੋਡ ਪਛਾਣਨਾ ਨਹੀਂ ਆਉਂਦਾ। ਸੋ ਜਿੰਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਉਹੀ ਕੈਥੋਡ ਦਾ ਕੰਮ ਕਰੇਗਾ। ਨੈਕਸਟ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਉਹ ਹੈ ਨਰਨਸਟ ਇਕੁਏਸ਼ਨ ਤੇ ਬੇਸਡ। ਆਪਾਂ ਜਲਦੀ ਨਰਨਸਟ ਇਕੁਏਸ਼ਨ ਵੀ ਸਮਝ ਲਈਏ। ਕਿਸੇ ਵੀ ਇਲੈਕਟ੍ਰੋਕੈਮੀਕਲ ਸੈਲ ਰਿਐਕਸ਼ਨ ਦੇ ਵਿੱਚ ਜਿੱਥੇ A B ਰਿਐਕਟ ਕਰਕੇ C D ਬਣਾ ਰਹੇ ਹੈ ਤੇ ਓਵਰਆਲ ਰਿਐਕਸ਼ਨ ਦੇ ਵਿੱਚ n ਇਲੈਕਟ੍ਰੋਨਸ ਦੀ ਐਕਸਚੇਂਜ ਹੋ ਰਹੀ ਹੈ ਤਾਂ ਜਿਹੜਾ EMF ਹੈ ਉਹ ਸਟੈਂਡਰਡ EMF ਦੇ ਨਾਲੋਂ ਇੰਨਾ ਫੈਕਟਰ ਘਟ ਜਾਏਗਾ। ਇਹ ਨਰਨਸਟ ਇਕੁਏਸ਼ਨ ਹੈ, ਠੀਕ ਹੈ। ਜੇ ਆਪਾਂ R ਦੀ ਵੈਲਿਊ ਪੁੱਟ ਕਰ ਦਿੰਨੇ ਆ ਤੇ ਨੈਚੁਰਲ ਲੌਗ ਨੂੰ log to the base 10 ਚ ਕਨਵਰਟ ਕਰ ਦਿੰਨੇ ਆ ਤਾਂ ਆਪਣੇ ਕੋਲੇ ਇੱਥੇ ਆ ਇਕੁਏਸ਼ਨ ਰਿਡਿਊਸ ਹੋ ਕੇ ਆ ਜਾਂਦੀ ਹੈ ਜਿਹਨੂੰ ਅਸੀਂ ਪਪੂਲਰਲੀ ਨਰਨਸਟ ਇਕੁਏਸ਼ਨ ਕਹਿੰਦੇ ਹਾਂ। ਹੁਣ ਨਰਨਸਟ ਇਕੁਏਸ਼ਨ ਤੇ ਜਦੋਂ ਨੂਮੈਰੀਕਲ ਆਂਦਾ ਨਾ ਬੇਟਾ ਤਾਂ ਬੱਚੇ ਮੇਨਲੀ ਇਸ n ਦੀ ਵੈਲਿਊ ਨੂੰ ਨਹੀਂ ਡਿਸਾਈਡ ਕਰ ਪਾਉਂਦੇ। ਆਪਾਂ ਇੱਕ ਐਗਜ਼ਾਮਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ n ਦੀ ਵੈਲਿਊ ਦਾ ਮਤਲਬ ਕੀ ਹੈ। ਹੁਣ ਦੇਖੋ ਆ ਆਪਣੇ ਕੋਲੇ ਇੱਕ ਇਕੁਏਸ਼ਨ ਹੈ, ਸੈਲ ਰਿਪਰੈਜ਼ੈਂਟ ਕੀਤਾ ਹੋਇਆ ਆਪਣੇ ਕੋਲੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸॉल्ट ब्रिज ਦੇ ਖੱਬੇ ਪਾਸੇ ਐਨੋਡ ਹੋਏਗਾ A B C। this is anode, this is cathode। ਸੋ ਐਨੋਡ ਔਰ ਕੈਥੋਡ ਦੇ ਵਿੱਚ ਐਨੋਡ ਤੇ ਅਸੀਂ ਦੇਖ ਰਹੇ ਹਾਂ ਐਲੂਮੀਨੀਅਮ ਨੇ 3 ਇਲੈਕਟ੍ਰੋਨ ਲੂਜ਼ ਕੀਤੇ ਤੇ ਨਿਕਲ ਨੇ ਕੈਥੋਡ ਦੇ ਉੱਤੇ 2 ਇਲੈਕਟ੍ਰੋਨ ਗੇਨ ਕਰ ਲਏ। ਸੋ ਸੈਲ ਰਿਐਕਸ਼ਨ ਕੀ ਬਣੇਗੀ, ਐਲੂਮੀਨੀਅਮ ਨੇ, ਧਿਆਨ ਨਾਲ ਦੇਖੋ, ਐਲੂਮੀਨੀਅਮ ਨੇ ਇੱਕ ਐਲੂਮੀਨੀਅਮ ਨੇ 3 ਇਲੈਕਟ੍ਰੋਨ ਲੂਜ਼ ਕੀਤੇ, ਠੀਕ, ਨਿਕਲ ਨੇ 2 ਗੇਨ ਕੀਤੇ। ਸੋ ਓਵਰਆਲ ਜਦੋਂ ਆਪਾਂ ਇਹਨੂੰ ਬੈਲੈਂਸ ਕਰਨਾ ਹੈ ਤਾਂ 6 ਇਲੈਕਟ੍ਰੋਨਸ ਜਿਹੜੇ ਇਹਨਾਂ ਦੇ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟਸ ਆ ਤੁਸੀਂ ਉਹਨੂੰ ਮਲਟੀਪਲਾਈ ਕਰਕੇ ਦੇਖ ਸਕਦੇ ਹੋ, ਠੀਕ ਹੈ, ਬੈਲੈਂਸਡ ਕੈਮੀਕਲ ਇਕੁਏਸ਼ਨ ਦੇ ਵਿੱਚ। ਜਾਂ ਤੁਸੀਂ ਇਹ ਸਮਝ ਲਓ ਵੀ ਜਿਹੜੇ ਆ ਚਾਰजेस ਹੈ ਇਹਨਾਂ ਨੂੰ ਤੁਸੀਂ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਕਿ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਐਕਸਚੇਂਜ ਹੋ ਰਹੇ। ਜੇ ਤਾਂ
दो इलैक्ट्रॉन इहने लूज कीते ते दो ही इहने गेन कर ले, तो नंबर ऑफ इलैक्ट्रॉन एक्सचेंज इज 2। हुण जे एक 3 लूज कर रहे ते 2 गेन कर रहे, तो ਇੱਕ ਵਾਰੀ ਦੇ ਵਿੱਚ ਬੈਲੈਂਸਡ ਕੈਮੀਕਲ ਇਕੁਏਸ਼ਨ ਦੇ ਵਿੱਚ 6 ਇਲੈਕਟ੍ਰॉन्स ਦੀ ਐਕਸਚੇਂਜ ਹੋਈ। ਸੋ ਇੱਥੇ ਆਪਾਂ n ਦੀ ਵੈਲਿਊ ਮੇਨ ਆ ਸਵਾਲ ਇਹ ਪੁਆਇੰਟ ਹੈ ਜਿੱਥੇ ਸਟੂਡੈਂਟਸ ਕੋਲੋਂ ਗਲਤੀ ਹੁੰਦੀ ਹੈ। दूसरी चीज है कि आप प्रोडक्ट्स की कंसंट्रेशन अपॉन रिएक्टेंट्स की कंसंट्रेशन ਇੱਥੇ ਆਪਾਂ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ ਪਾਵਰ ਚ ਲੈਣੇ ਹੁੰਦੇ ਆ। ਜਿਵੇਂ ਇੱਥੇ ਐਲੂਮੀਨੀਅਮ ਦਾ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ 2 ਹੈ, ਇਹਦੀ ਪਾਵਰ 2 ਲਿੱਤੀ, ਔਰ ਨਿਕਲ ਦਾ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ ਜਿਹੜਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ 3 ਹੈ ਨਿਕਲ ਦਾ ਸਟੋਇਕਿਓਮੈਟ੍ਰਿਕ ਕੋਐਫੀਸ਼ੀਐਂਟ, ਉਹਦੀ ਆਪਾਂ ਪਾਵਰ ਜਿਹੜੀ ਹੈ ਕਿਊਬ ਕਰ ਦਿੱਤੀ। ਸੋ ਇਹ ਮੇਨ ਗਲਤੀ ਦਾ ਇੱਥੇ ਸਕੋਪ ਹੁੰਦਾ ਹੈ, ਆਪਾਂ ਇਹ ਗਲਤੀ ਨਹੀਂ ਕਰਨੀ। E नॉट सेल ਤੁਹਾਨੂੰ ਮੈਂ ਹੁਣੇ ਹੀ ਕੈਲਕੂਲੇਟ ਕਰਨਾ ਸਿਖਾਇਆ ਹੈ, E ਕੈਥੋਡ ਮਾਈਨਸ E ਐਨੋਡ। ਇਸ ਫਾਰਮੂਲਾ ਦੇ ਨਾਲ ਤੁਸੀਂ E ਨॉट ਸੈਲ ਕੈਲਕੂਲੇਟ ਕਰ ਸਕਦੇ ਹੋ। ਸੋ ਇੱਕ ਐਗਜ਼ਾਮਪਲ ਕਰਕੇ ਦੇਖਦੇ ਹਾਂ ਆਪਾਂ ਨਰਸਟ ਇਕੁਏਸ਼ਨ ਦੀ। ਦਿੱਤੇ ਗਏ ਸਵਾਲ ਦੇ ਵਿੱਚ ਕੈਮੀਕਲ ਇਕੁਏਸ਼ਨ ਲਿਖੀ ਗਈ ਹੈ ਤੇ ਆਇਨਸ ਦੀ ਨਾਲ ਕੰਸੈਂਟ੍ਰੇਸ਼ਨ ਦਿੱਤੀ ਗਈ ਹੈ, ਠੀਕ ਹੈ। ਸੋ ਆਇਨਸ ਦੀ ਜਿਹੜੀ ਕੰਸੈਂਟ੍ਰੇਸ਼ਨ ਹੈ ਉਸ ਦੇ ਅਨੁਸਾਰ ਅਸੀਂ ਸਾਨੂੰ ਸੈੱਲ ਦਾ EMF ਜਿਹੜਾ ਹੈ ਉਹ ਦਿੱਤਾ ਗਿਆ, ਠੀਕ, ਤੇ ਸਾਨੂੰ ਪੁੱਛਿਆ ਕੀ ਗਿਆ ਹੈ E ਨॉट ਸੈੱਲ, ਠੀਕ ਹੈ। ਸੋ ਆਪਾਂ ਨਰਸਟ ਇਕੁਏਸ਼ਨ ਇੱਥੇ ਅਪਲਾਈ ਕਰਾਂਗੇ। E ਸੈੱਲ ਸਾਨੂੰ ਦਿੱਤਾ ਗਿਆ ਹੈ ਤੇ ਅਸੀਂ E ਨॉट ਸੈੱਲ ਕੈਲਕੂਲੇਟ ਕਰਨਾ ਹੈ, ਠੀਕ। ਸੋ ਨਰਸਟ ਇਕੁਏਸ਼ਨ ਅਪਲਾਈ ਕੀਤੀ ਤਾਂ ਇੱਥੇ ਯਾਦ ਰੱਖੋ ਇਕੁਏਸ਼ਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੋ ਇਲੈਕਟ੍ਰॉन्स ਦੀ ਐਕਸਚੇਂਜ ਹੋ ਰਹੀ ਹੈ, n will be equal to 2। ਸੋ ਆਪਾਂ ਸਾਰੀਆਂ ਜੋ ਵੈਲਿਊਜ਼ ਆਪਾਂ ਨੂੰ ਦਿੱਤੀਆਂ ਹੋਈਆਂ, ਕਾਪਰ ਦੀ ਕੰਸੈਂਟ੍ਰੇਸ਼ਨ 1.0 ਮੋਲਰ ਹੈ ਤੇ ਜ਼ਿੰਕ 2 ਪੋਜ਼ਿਟਿਵ ਦੀ ਕੰਸੈਂਟ੍ਰੇਸ਼ਨ 0.1 ਮੋਲਰ। ਸੋ ਨਰਸਟ ਇਕੁਏਸ਼ਨ ਦੇ ਅਕੋਰਡਿੰਗਲੀ ਜੇ ਆਪਾਂ ਵੈਲਿਊਜ਼ ਪੁੱਟ ਕਰਦੇ ਹਾਂ ਤਾਂ ਆਪਣੇ ਕੋਲੇ ਆ ਸਿਚੁਏਸ਼ਨ ਆ ਜਾਂਦੀ ਹੈ। E ਸੈੱਲ 1.3 ਵੋਲਟ, E ਨॉट ਸੈੱਲ ਅਸੀਂ ਕੈਲਕੂਲੇਟ ਕਰਨਾ, ਠੀਕ ਹੈ। ਸੋ 0.059 upon 2, n ਦੀ ਵੈਲਿਊ 2 ਆ ਗਈ ਤੇ log ਜਿਹੜਾ ਹੈ ਜ਼ਿੰਕ ਕੰਸੈਂਟ੍ਰੇਸ਼ਨ upon ਕਾਪਰ ਆਇਨ ਕੰਸੈਂਟ੍ਰੇਸ਼ਨ। ਇੱਥੇ ਕਾਪਰ ਔਰ ਜ਼ਿੰਕ ਦੀ ਜਿਹੜੀ ਸੋਲਿਡ ਸਟੇਟ ਦੇ ਵਿੱਚ ਕੰਸੈਂਟ੍ਰੇਸ਼ਨ ਹੈ ਉਹਨੂੰ ਅਸੀਂ ਯੂਨਿਟੀ ਲੈਣੇ ਆ, 1 ਲੈਣੇ। ਸੋ ਜਦੋਂ ਅਸੀਂ ਵੈਲਿਊਜ਼ ਪੁੱਟ ਕਰਾਂਗੇ ਤਾਂ ਸਾਡੇ ਕੋਲੇ log 1 upon 10 ਆ ਜਾਂਦਾ ਹੈ ਤੇ ਜਿਹਨੂੰ ਅਸੀਂ ਸੋਲਵ ਕਿੱਦਾਂ ਕਰਦੇ ਹਾਂ log 1 minus log 10। ਤੇ ਇਸ ਤਰੀਕੇ ਦੇ ਨਾਲ ਸਾਡੇ ਕੋਲੇ ਕੈਲਕੂਲੇਟ ਕਰਦੇ ਹੋਏ ਅਲਟੀਮੇਟਲੀ E ਨॉट ਸੈੱਲ ਦੀ ਵੈਲਿਊ ਆ ਜਾਂਦੀ ਹੈ 1.27 ਵੋਲਟ। ਸੋ ਸਾਡੇ ਕੋਲੇ ਕਰੈਕਟ ਆਪਸ਼ਨ ਕੀ ਬਣ ਗਈ 1.27 ਵੋਲਟ। ਟਾਈਪ ਜਿਹੜੀ ਆਪਾਂ ਨੂਮੈਰੀਕਲਸ ਦੀ ਕਰਨੀ ਹੈ ਟਾਈਪ 3 ਨੂਮੈਰੀਕਲਸ, ਉਹ ਹੋਣਗੇ ਕੁਲਰੌਸ਼ ਲਾਅ ਤੇ ਆਧਾਰਿਤ। ਕੁਲਰੌਸ਼ ਲਾਅ ਕੀ ਕਹਿੰਦਾ ਹੈ ਕਿ ਕਿਸੇ ਵੀ ਇਲੈਕਟ੍ਰੋਲਾਈਟ ਦੀ ਜਿਹੜੀ ਮੋਲਰ ਕੰਡਕਟੈਂਸ ਹੈ at infinite dilution that is dependent upon sum of the molar conductances of its cation and its anion। मतलब किसी भी इलेक्ट्रोलाइट दी जेडी मोलर कंडक्टेंस है वो उनके कटायन और अनायन दी मोलर कंडक्टेंस दे टोटल दे बराबर होएगी, सम टोटल दे बराबर होएगी। सो इस ते आधारित ਆਪਾਂ ਸਵਾਲ ਕਿਵੇਂ ਕਰ ਸਕਦੇ ਹਾਂ। ਪਹਿਲੀ ਚੀਜ਼ ਤਾਂ ਇਹ ਹੈ, ਠੀਕ, ਜਿਵੇਂ ਹੁਣ ਤੁਹਾਨੂੰ ਸਪੋਜ਼ ਕਿਹਾ ਜਾਂਦਾ ਹੈ ਕਿ BaCl2 ਦੀ ਤੁਸੀਂ ਮੋਲਰ ਕੰਡਕਟੈਂਸ ਕੈਲਕੂਲੇਟ ਕਰਕੇ ਦੱਸੋ, ਠੀਕ ਹੈ। ਤੁਹਾਨੂੰ ਵੈਲਿਊ ਦਿੱਤੀ ਹੋਈ ਹੈ Ba ਦੀ, Ba2 ਪੋਜ਼ਿਟਿਵ ਆਇਨ ਦੀ ਮੋਲਰ ਕੰਡਕਟੈਂਸ ਦਿੱਤੀ ਹੋਈ ਹੈ 127 ਓਮ ਇਨਵਰਸ ਸੈਂਟੀਮੀਟਰ ਇਨਵਰਸ ਪਰ ਇਕੁਅਲ, ਠੀਕ, और नाल ਦਿੱਤੀ ਹੋਈ ਹੈ Cl नेगेटिव दी, Cl नेगेटिव ਦੀ ਦਿੱਤੀ ਹੋਈ ਹੈ 76 ਓਮ ਇਨਵਰਸ ਸੈਂਟੀਮੀਟਰ ਇਨਵਰਸ ਪਰ ਇਕੁਅਲ। ਹੁਣ ਜਿਹੜੀ ਤੁਸੀਂ ਮੋਲਰ ਕੰਡਕਟੈਂਸ BaCl2 ਦੀ ਕੱਢਣੀ ਹੈ ਉਹਦਾ ਫਾਰਮੂਲਾ ਕੀ ਬਣੇਗਾ ਆਪਣੇ ਕੋਲੇ, molar conductance of BaCl2 will be equal to molar conductance of Ba2 positive plus twice the molar conductance of chloride ion। क्योंकि BaCl2 ਇੱਥੇ ਦੋ ਕਲੋਰਾਈਡ ਆਇਨ ਬਣਨਗੇ ਨਾ, ਇਸ ਕਰਕੇ ਦੋ ਕਲੋਰਾਈਡ ਆਇਨਸ ਦੀ ਜਿਹੜੀ ਮੋਲਰ ਕੰਡਕਟੈਂਸ ਹੈ ਉਹਦੇ ਲਈ ਆਪਾਂ ਨੂੰ ਇੱਕ ਕਲੋਰਾਈਡ ਆਇਨ ਦੀ ਮੋਲਰ ਕੰਡਕਟੈਂਸ ਨੂੰ 2 ਦੇ ਨਾਲ ਮਲਟੀਪਲਾਈ ਕਰਨਾ ਪਏਗਾ, ਠੀਕ।
सो जे आप इत्थे वैल्यूज पुट करते हैं 127 प्लस 2 इंटू 76 तो अपने को टोटल वैल्यू आ जाती है 279 ओम इनवर्स सेंटीमीटर इनवर्स पर यूनिट। सो ये है कुलरॉश लॉ ते आधारित पहला सवाल। हुण जे सपोज तुहानू NaNO3 दी पुछी जाती है तो जिन्नी सोडियम दी होएगी प्लस नाइट्रेट दी, ठीक है। जे तुहानू एल्यूमीनियम सल्फेट दी पुछी जाती है लाइक दिस तो तुसी की करोगे, जिन्नी एल्यूमीनियम दी है उन्होंने 2 नाल मल्टीप्लाई और जिन्नी सल्फेट दी है उन्होंने 3 नाल मल्टीप्लाई करके इन्हां नू आपस दे विच ऐड करोगे। सो ये सीगे कुलरॉश लॉ ते आधारित पहला सवाल, पहली तरह का सवाल। दूसरी तरह के सवालों दे विच आपां नू पुछया जाता है कि जेकर असी किसी वीक इलैक्ट्रोलाइट दी मोलर कंडक्टेंस लभनी है, वीक इलैक्ट्रोलाइट दी असी लैम्डा m लभनी एट इनफाइनाइट डिल्यूशन, तो असी किवें लभ सकते। इहदे लई की तरीका हुंदा है कि तुहानू 3 स्ट्रॉन्ग इलैक्ट्रोलाइट दे दिते जांदे हैं, ठीक है। उन्हां दी मोलर कंडक्टेंसेस पता होगी ते आपां उन्हां नू सिंपल जोड़ घटा दे तरीके दे नाल वीक इलैक्ट्रोलाइट दी कढ लैंदे। हुण फॉर एग्जांपल असी आह साडे कोले एक वीक इलैक्ट्रोलाइट है एसिटिक एसिड, असी इनदी मोलर कंडक्टेंस कैलकुलेट करनी है ते सानू दित्ती किंदी होई है, सानू दित्ती हुई है एक तां CH3COO दी दित्ती हुई है, ठीक। एक सानू दित्ती हुई है HCl दी ते एक दित्ती हुई है सानू NaCl। हुण सोच के देखो असी इत्थे पहुंचना है CH3COOH ते पहुंचना है। असी की करना है, इनदे विच ते इनू इन्हां दोनों नू ऐड करना है ते इनू माइनस करना है, ठीक है। CH3CONA ते HCl इन्हां नू ऐड करना है ते इनदे विचों NaCl माइनस करना है। हुण तुसीं पुछोगे भी ये किद्दां? देखो बेटा जेड़े दो आयन सानू चाहिए है अल्टीमेटली आपां एसिटिक एसिड दी कढनी है ना, CH3COH दी कढनी है। सो जेड़ी चीज चाहिए है उनदे आयन्स नू, उनदे वाले आयन्स नू आपां ऐड करना है, इन्हां चीजां नू आपां ऐड करांगे और जेड़े आ वाले आयन है जेड़े सानू चाहिए ही नहीं ओनू असी माइनस कर देना। ओके, हुण जे इत्थे वैल्यूज तुहानू इस तरीके नाल दित्तियां होण भी सोडियम एसीटेट दी वैल्यू है 92.5, HCl दी जेड़ी वैल्यू तुहानू दित्ती हुई है 426.9 है ते NaCl दी वैल्यू लाइक दिस। सो अपने को जेड़ा आंसर है वो कुल मिला के कितना आ जाएगा 399 साइमन सेंटीमीटर स्क्वायर पर मोल। ध्यान देने वाली गल की है कि केड़े दो स्ट्रॉन्ग इलैक्ट्रोलाइट्स दी मोलर कंडक्टेंस नू असी ऐड करना है ते किनू माइनस करना है, जेड़े डिजायर्ड आयन्स है जेड़े सानू चाहिए है वो असी ऐड करांगे ते जेड़ी चीज नहीं चाहिए ओनू असी माइनस कर देवांगे। सो इनदे विच बहुत ज्यादा सोचने वाली कोई गल है ही नहीं, फॉर्मूले तो देख के सानू पता लग जाएगा कि केड़े केड़े आयन सानू चाहिए है। जेड़े आयन चाहिए है उन्हां दो चीजां नू असी ऐड करांगे ते जेड़ियां चीजां नहीं चाहिए उस चीज नू असी माइनस कर देवांगे। ओके, सो कुलरॉश लॉ ते आधारित आपां नू दो टाइप दे आपां सवाल कर ले ते सो लास्ट दे विच आपां इलैक्ट्रोकैमिस्ट्री दे विचों टाइप 4 न्यूमेरिकल्स जेड़े कि फैराडेज लॉज ऑफ इलैक्ट्रोलिसिस ते आधारित है वो स्टडी करते हैं। सो फैराडेज लॉज ऑफ इलैक्ट्रोलिसिस दे विच जेड़ा पहला लॉ है वो की कहता है, फर्स्ट लॉ दे अकॉर्डिंगली जदों किसी इलैक्ट्रोड तो इलैक्ट्रिसिटी पास की जाती है तां कैथोड दे उत्ते कुछ अमाउंट है कि कैथोड दे उत्ते अमाउंट ने डिपॉजिट होना है, मटीरियल ने डिपॉजिट होना है, ठीक है। सो कितना डिपॉजिट होएगा, फैराडेज फर्स्ट लॉ कहता है कि जिन्नी ज्यादा इलैक्ट्रिसिटी पास करांगे उन्नी अमाउंट कैथोड ते डिपॉजिट होएगी। सो वेट डिपॉजिटेड इज डायरेक्टली प्रोपोर्शनल टू चार्ज। सो चार्ज जेड़ा है सानू पता है कि इनदी डेफिनेशन जेड़ी है करंट तो जे आपां देखिए तां करंट इज इक्वल टू I is equal to Q upon T, rate of flow of charge. So Q is equal to IT.
ਸੋ ਇੱਥੇ ਜੇ ਆਪਾਂ IT ਪੁੱਟ ਕਰ ਦਿੰਦੇ ਹਾਂ ਤੇ ਇਸ ਪ੍ਰੋਪੋਰਸ਼ਨੈਲਿਟੀ ਨੂੰ ਇਕੁਐਲਿਟੀ ਚ ਚੇਂਜ ਕਰਦੇ ਹਾਂ ਤਾਂ ਆਪਣੇ ਕੋਲੇ Z ਇੱਕ ਕਾਂਸਟੈਂਟ ਆ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੋਕੈਮੀਕਲ ਇਕੁਇਵਲੈਂਟ। ਸੋ ਇਲੈਕਟ੍ਰੋਕੈਮੀਕਲ ਇਕੁਇਵਲੈਂਟ ਕੀ ਹੁੰਦਾ ਹੈ? ਇਲੈਕਟ੍ਰੋਕੈਮੀਕਲ ਇਕੁਇਵਲੈਂਟ ਹੁੰਦਾ ਹੈ ਉਹ weight, ਉਹ ਭਾਰ ਜੋ ਕੈਥੋਡ ਦੇ ਉੱਤੇ ਡਿਪੋਜ਼ਿਟ ਹੋਏਗੀ, ਉਹ ਅਮਾਉਂਟ ਜੋ ਕੈਥੋਡ ਦੇ ਉੱਤੇ ਡਿਪੋਜ਼ਿਟ ਹੋਏਗੀ ਜਦੋਂ 1 ਐਂਪੀਅਰ ਕਰੰਟ 1 ਸੈਕਿੰਡ ਦੇ ਲਈ ਫਲੋ ਕਰੇਗਾ। ਯਾਨੀ ਜਦੋਂ 1 ਕੂਲਮ ਚਾਰਜ ਇੱਥੋਂ ਲੰਘਾਇਆ ਜਾਏਗਾ, ਬਿਜਲੀ ਦੀ 1 ਕੂਲਮ ਇਕਾਈ ਇਹਦੇ ਵਿੱਚੋਂ ਪਾਸ ਕੀਤੀ ਜਾਏਗੀ ਤਾਂ ਕੈਥੋਡ ਤੇ ਜਿੰਨੀ ਅਮਾਉਂਟ ਡਿਪੋਜ਼ਿਟ ਹੋਈ ਉਹਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੋਕੈਮੀਕਲ ਇਕੁਇਵਲੈਂਟ। ਹੁਣ ਇਸ ਤੇ ਆਧਾਰਿਤ ਬੇਟੇ ਆਪਾਂ ਨੂੰ ਨੂਮੈਰੀਕਲਸ ਪੁੱਛੇ ਜਾ ਸਕਦੇ ਹਨ, ਉਹ ਆਪਾਂ ਹੁਣੇ ਸਟੱਡੀ ਕਰਦੇ ਹਾਂ। ਪਹਿਲਾਂ ਆਪਾਂ ਫੈਰਾਡੇਜ਼ ਸੈਕੰਡ ਲਾਅ ਵੀ ਪੜ੍ਹ ਲਈਏ ਨਾਲ ਦੀ ਨਾਲ ਹੀ। ਸੋ ਫੈਰਾਡੇਜ਼ ਸੈਕੰਡ ਲਾਅ ਦੇ ਅਕੋਰਡਿੰਗਲੀ ਜੇ ਆਪਾਂ ਸਪੋਜ਼ more than one electrolytic cell ਨੂੰ ਸੀਰੀਜ਼ ਦੇ ਵਿੱਚ ਅਰੇਂਜ ਕਰ ਦਿੰਦੇ ਹਾਂ। ਸਪੋਜ਼ ਆਪਾਂ ਇੱਥੇ ਲਿਖਤਾ ਹੈ ਸਿਲਵਰ ਇਲੈਕਟ੍ਰੋਡ ਲੈ ਲਿਆ, silver is dipped in silver nitrate, ਇੱਥੇ ਆਪਾਂ ਲੈ ਲਿਆ copper ਦਾ and copper is dipped in copper sulfate aqueous solution, ਇੱਥੇ ਆਪਾਂ ਇਲੈਕਟ੍ਰੋਡ ਲੈ ਲਏ gold ਦੇ ਤਾਂ gold is dipped in AuCl3। ਇਹਨਾਂ ਨੂੰ ਆਪਾਂ ਇਹਨਾਂ ਦੇ ਜਿਹੜੇ ਪੋਜ਼ਿਟਿਵ ਹੈਗੇ ਯਾਨੀ ਇਹਨਾਂ ਦੇ ਜਿਹੜੇ ਐਨੋਡ ਹੈ ਉਹਨਾਂ ਨੂੰ ਆਪਾਂ ਕੀ ਦੀ ਹੈਲਪ ਦੇ ਨਾਲ ਲਾਈਕ ਦਿਸ, ਇੱਕ ਦਾ ਪੋਜ਼ਿਟਿਵ ਤੇ ਦੂਜੇ ਦਾ ਨੈਗੇਟਿਵ, ਆ ਇਹਦਾ ਪੋਜ਼ਿਟਿਵ ਹੈ ਨੈਗੇਟਿਵ ਹੈ, ਆਪਾਂ ਇਹਨਾਂ ਨੂੰ ਸੀਰੀਜ਼ ਦੇ ਵਿੱਚ ਅਰੇਂਜ ਕਰਤਾ ਤੇ ਇੱਥੇ ਆਪਾਂ ਬੈਟਰੀ ਲਗਾ ਦਿੱਤੀ ਲਾਈਕ ਦਿਸ। ਹੁਣ ਜਦੋਂ ਆਪਾਂ ਇੱਕੋ ਜਿੰਨੀ ਇਲੈਕਟ੍ਰਿਸਿਟੀ ਇਹਨਾਂ ਤਿੰਨਾਂ ਦੇ ਵਿੱਚੋਂ ਦੀ ਇਲੈਕਟ੍ਰੋਲਾਈਟਿਕ ਸੈਲਸ ਦੇ ਵਿੱਚੋਂ ਦੀ ਗੁਜ਼ਾਰਾਂਗੇ ਤਾਂ ਹਰ ਇੱਕ ਇਲੈਕਟ੍ਰੋਲਾਈਟਿਕ ਸੈਲ ਦੇ ਵਿੱਚ ਕੈਥੋਡ ਤੇ ਅਮਾਉਂਟ ਡਿਪੋਜ਼ਿਟ ਹੋਏਗੀ, ਇਸ ਦੇ ਵਿੱਚ ਸਿਲਵਰ ਡਿਪੋਜ਼ਿਟ ਹੋਏਗੀ, ਇਸ ਦੇ ਵਿੱਚ ਕਾਪਰ ਡਿਪੋਜ਼ਿਟ ਹੋਏਗਾ ਤੇ ਇਸ ਦੇ ਵਿੱਚ 골ਡ ਡਿਪੋਜ਼ਿਟ ਹੋਏਗਾ। ਸੋ ਜਿਹੜੀ ਅਮਾਉਂਟ ਡਿਪੋਜ਼ਿਟਡ ਹੈ that will be in ratio of their equivalent weights, ਉਹਨਾਂ ਦੀ ਇਕੁਇਵਲੈਂਟ weight ਦੇ ਬਰਾਬਰ ਹੋਏਗੀ। ਠੀਕ ਹੈ, ਹੁਣ ਇਕੁਇਵਲੈਂਟ weight ਕਿੰਨਾ ਹੁੰਦਾ ਹੈ? ਜਿੰਨੇ ਚਾਰजेस ਆਪਾਂ ਨੂੰ ਪਤਾ ਹੈ ਕਿ ਕਟਾਇਨ ਨੇ, ਜੇ ਸਪੋਜ਼ ਸਿਲਵਰ ਹੈ ਤੇ ਕਾਪਰ ਹੈ ਔਰ 골ਡ ਹੈ, ਸਪੋਜ਼ ਇਹ ਆਪਣੇ ਕੋਲੇ ਚਾਰजेस हैं ਜਿਹੜੇ ਕਿ ਸਿਲਵਰ ਨੇ 1 ਇਲੈਕਟ੍ਰੋਨ ਗੇਨ ਕਰਨਾ ਹੈ, ਕਾਪਰ ਨੇ 2 ਇਲੈਕਟ੍ਰੋਨ ਗੇਨ ਕਰਨੇ ਹੈ ਤੇ 골ਡ ਨੇ 3 ਇਲੈਕਟ੍ਰੋਨ ਗੇਨ ਕਰਨੇ ਹੈ। ਜਿੰਨਾ ਸਿਲਵਰ ਦਾ weight ਹੈ ਐਟੋਮਿਕ ਮਾਸ ਡਿਵਾਈਡਡ ਬਾय 1, ਕਾਪਰ ਦੇ ਕੇਸ ਚ ਕੀ ਹੋਏਗਾ ਐਟੋਮਿਕ ਮਾਸ ਡਿਵਾਈਡਡ ਬਾय 2 ਔਰ 골ਡ ਦੇ ਕੇਸ ਚ ਕੀ ਹੋਏਗਾ ਐਟੋਮਿਕ ਮਾਸ ਡਿਵਾਈਡਡ ਬਾय 3। ਸੋ ਲਾਈਕ ਦਿਸ ਆਪਣੇ ਕੋਲੇ ਇਕੁਇਵਲੈਂਟ weight ਦੇ ਬਰਾਬਰ ਜਿਹੜੇ ਹੈ ਉਹ ਭਾਰ ਕੈਥੋਡਸ ਦੇ ਉੱਤੇ ਡਿਪੋਜ਼ਿਟ ਹੋ ਜਾਣਗੇ। ਠੀਕ ਹੈ, ਕੈਥੋਡ ਦੇ ਉੱਤੇ ਕਿੰਨਾ ਕਿੰਨਾ ਅਮਾਉਂਟ ਡਿਪੋਜ਼ਿਟ ਹੋਏਗਾ ਮੈਟਲ ਦੇ ਇਕੁਇਵਲੈਂਟ weight ਦੇ ਬਰਾਬਰ। ਇਕੁਇਵਲੈਂਟ weight ਅਸੀਂ ਕਿਵੇਂ ਕੱਢਦੇ ਹਾਂ? ਜਿੰਨਾ ਐਟੋਮਿਕ ਮਾਸ ਹੈ ਡਿਵਾਈਡਡ ਬਾय ਨੰਬਰ ਆਫ ਇਲੈਕਟ੍ਰॉन्स ਗੇਨਡ। ਕਟਾਇਨ ਨੇ ਜਿੰਨੇ ਇਲੈਕਟ੍ਰੋਨ ਗੇਨ ਕਰਨੇ ਆ ਉਨੇ ਇਲੈਕਟ੍ਰॉन्स ਦੇ ਨਾਲ ਉਨੇ ਨੰਬਰ ਦੇ ਨਾਲ ਅਸੀਂ ਡਿਵਾਈਡ ਕਰ ਦਾਂਗੇ ਤਾਂ ਇਕੁਇਵਲੈਂਟ ਮਾਸ ਆ ਜਾਏਗਾ। ਹੁਣ ਇਸ ਤੇ ਬੇਸਡ ਨੂਮੈਰੀਕਲ ਜਿਹੜੇ ਹੈ ਉਹ ਆਪਾਂ ਕਰਦੇ ਹਾਂ। NCERT ਦੇ ਵਿੱਚੋਂ ਦੀ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਕਾਪਰ ਸਲਫੇਟ ਸੋਲਿਊਸ਼ਨ ਨੂੰ 10 ਮਿੰਟ ਦੇ ਲਈ ਇਲੈਕਟ੍ਰੋਲਾਈਜ਼ ਕੀਤਾ ਗਿਆ, ਕਰੰਟ 1.5 ਐਂਪੀਅਰ ਪਾਸ ਕੀਤਾ ਗਿਆ, ਕਿੰਨੇ ਟਾਈਮ ਲਈ 10 ਮਿੰਟ ਲਈ। ਸੋ ਪੁੱਛਿਆ ਗਿਆ ਕਿ ਕੈਥੋਡ ਤੇ ਕਿੰਨਾ ਕਾਪਰ ਡਿਪੋਜ਼ਿਟ ਹੋ ਜਾਏਗਾ। ਸੋ ਕਰੰਟ ਆਪਣੇ ਕੋਲੇ 1.5 ਐਂਪੀਅਰ ਹੈਗਾ, ਟਾਈਮ 10 ਮਿੰਟਸ ਦਾ ਮਤਲਬ ਹੈ ਕਿ ਅਸੀਂ ਜੇ ਇਹਨੂੰ 60 ਨਾਲ ਮਲਟੀਪਲਾਈ ਕਰ ਲੈਂਦੇ ਆ 600 ਸੈਕਿੰਡਸ ਹੋ ਗਏ। ਸੋ ਕਿੰਨੀ ਚਾਰਜ ਕਿੰਨਾ ਪਾਸ ਹੋਇਆ ਕਰੰਟ ਮਲਟੀਪਲਾਈਡ ਬਾय ਟਾਈਮ, ਸੋ 1.5 into 600 so it becomes 900 coulombs। ਹੁਣ ਸਾਨੂੰ ਫੈਰਾਡੇਜ਼ ਲਾਅ ਦੇ ਅਕੋਰਡਿੰਗਲੀ ਪਤਾ ਹੈ ਕਿ ਕਾਪਰ 2 ਪੋਜ਼ਿਟਿਵ ਨੇ 2 ਇਲੈਕਟ੍ਰੋਨ ਗੇਨ ਕਰਕੇ ਕਾਪਰ ਬਣਾਉਣਾ ਹੈ, that means 2 ਮੋਲ ਆਫ ਇਲੈਕਟ੍ਰॉन्स ਤੇ ਜਿੰਨਾ ਚਾਰਜ ਹੋਏਗਾ, ਠੀਕ ਹੈ 2 moles of electrons means
2 into 96500 ਕੂਲਮ, ਇਹਨੂੰ ਆਪਾਂ ਇੱਕ ਫੈਰਾਡੇ ਵੀ ਕਹਿੰਦੇ ਆ ਨਾ। ਸੋ ਇੰਨੇ ਕੂਲਮਸ ਜਦੋਂ ਆਪਾਂ ਲੰਘਾਵਾਂਗੇ ਤਾਂ ਕਾਪਰ ਦੇ ਐਟੋਮਿਕ ਗ੍ਰਾਮ ਐਟੋਮਿਕ ਮਾਸ ਜਿੰਨਾ weight ਇੱਥੇ ਡਿਪੋਜ਼ਿਟ ਹੋ ਜਾਏਗਾ, 63.56 ਗ੍ਰਾਮ ਡਿਪੋਜ਼ਿਟ ਹੋ ਜਾਏਗਾ। ਤੇ ਜੇ ਅਸੀਂ 900 ਕੂਲਮ ਪਾਸ ਕਰ ਰਹੇ ਹਾਂ ਤਾਂ ਫਿਰ ਕਿੰਨਾ ਡਿਪੋਜ਼ਿਟ ਹੋਏਗਾ? ਯੈਸ, 2 ਮੋਲ ਇਲੈਕਟ੍ਰੋਨ, ਯਾਨੀ ਕਿ ਇੰਨੇ ਕੂਲਮ ਪਾਸ ਕਰਨ ਦੇ ਨਾਲ 63.56 ਗ੍ਰਾਮ, 1 ਕੂਲਮ ਪਾਸ ਕਰਨ ਦੇ ਨਾਲ 63.56 upon 2 into 96500 ਤੇ 900 ਕੂਲਮ ਪਾਸ ਕਰਨ ਦੇ ਨਾਲ ਮਲਟੀਪਲਾਈਡ ਬਾਈ 900 ਤੇ ਆਪਣੇ ਕੋਲ ਇਹ ਅਮਾਉਂਟ ਆ ਜਾਏਗੀ 0.296 ਗ੍ਰਾਮ ਆਫ ਕਾਪਰ ਵਿਲ ਬੀ ਡਿਪੋਜ਼ਿਟਡ। ਸੋ ਬੇਟਾ ਹੁਣ ਤੁਹਾਨੂੰ ਸਾਰਿਆਂ ਨੂੰ ਇਲੈਕਟ੍ਰੋਕੈਮਿਸਟਰੀ ਦੇ ਵਿੱਚੋਂ 4 ਤਰ੍ਹਾਂ ਦੇ ਨੂਮੈਰੀਕਲਸ ਪੁੱਛੇ ਜਾ ਸਕਦੇ ਹੈ, ਸਮਝ ਲੱਗ ਗਿਆ ਹੋਵੇਗਾ। ਟਾਈਪ 1 ਨੂਮੈਰੀਕਲਸ ਕਿਹੜੇ ਹੈ? ਟਾਈਪ 1 ਨੂਮੈਰੀਕਲਸ ਹੈ ਜਿਹੜੇ ਆਪਾਂ ਓਮਸ ਲਾ यानी रेजिस्टेंस, कंडक्टेंस, स्पेसिफिक रेजिस्टेंस, स्पेसिफिक कंडक्टेंस ਤੇ ਆਧਾਰਿਤ ਸਵਾਲ ਕੀਤੇ। ਦੈਨ ਟਾਈਪ 2 ਦੇ ਵਿੱਚ ਆਪਾਂ ਇਲੈਕਟ੍ਰੋਡ ਪੋਟੈਂਸ਼ੀਅਲ, ਦੈਨ EMF ਆਫ ਸੈਲ, ਦੈਨ ਨਰਨਸ ਇਕੁਏਸ਼ਨ, ਇਸ ਤੇ ਆਧਾਰਿਤ ਸਵਾਲ ਕੀਤੇ हैं। ਦੈਨ ਥਰਡ ਟਾਈਪ ਸੀ ਜਿੰਦੇ ਚ ਆਪਾਂ ਕੋਲ ਰੌਸ਼ ਲਾ, ਔਰ ਫੋਰਥ ਟਾਈਪ ਦੇ ਵਿੱਚ ਫੈਰਾਡੇਜ਼ ਲਾਜ਼ ਆਫ ਇਲੈਕਟ੍ਰੋਲਿਸਿਸ ਤੇ ਆਧਾਰਿਤ ਕੁਐਸਚਨਸ ਕੀਤੇ हैं। ਸੋ ਆਈ ਹੋਪ ਕਿ ਤੁਹਾਨੂੰ ਇਹ ਸਾਰੇ ਸਵਾਲ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਤੇ ਤੁਸੀਂ ਬੇਟਾ ਇਸ ਦਾ ਮੈਕਸਿਮਮ ਬੈਨੀਫਿਟ ਤਾਂ ਹੀ ਲੈ ਸਕਦੇ ਹੋ ਜੇ ਵੱਧ ਤੋਂ ਵੱਧ ਪ੍ਰੈਕਟਿਸ ਕਰੋ। So wish you all the best for your term 1 exams. So God bless you. Happy learning. Thank you.